श्री वाहेगुरु साहिब जी। पर जोगन में मत पीड़े कर पहुनी बलराम जियो। मैली अवगुण चित बिन गुर गुण ना समावनी बलराम जियो। गुण सार न जानी परम फुलानी जोबन बाद गवाया। वारि कर दर दर्शन नहीं दाता फिर का सहज न पाया। सतगुर पूछ न मार्ग चाली सुती रैन बिहाने। नानक बाल तन रंडे पा बिन फिर तन कुमलाणी। सो कोटल गुर सेविया अहनिस सहज सुभाए। दर्शन परस्या गुरु कै जन्म मरण दुख जाए। सतनाम श्री वाहेगुरु साहिब जी। राग सूही महला पहला कुचजी एक ओंकार। सतगुर प्रसाद मंज कुचजी अमावन डोसड़े। हों क्यों सौ रावण जाओ जियो। एक दू एक चढ़ंदिया कौन जाने मेरा नाव जियो। मन कुचजी अमावन डोसड़े। हों क्यों सौ रावण जाए जियो। एक दू एक चढ़ंदिया कौन जाने मेरा नाव जियो। जिनी सखी सोराबिया से अंबीशा बड़िए जियो। से गुण मंजना आवदी हों कह जी दोष तरे हो जियो। क्या गुण तेरे विथरा हों क्या कहना तेरा नाम जियो। एक तिटोल नंबड़ा हों सद कुर्बान तेरे जाओ जियो। सोए नारू परंगला मोती तै माणक जियो। से वस्तु सैदतियाँ मैं तिन स्यों लाया चित जियो। मंदिर मिट्टी संदड़े पत्थर की तेरास जियो। हो एनी टोली पुलियस तिस कंत न बैठी पास जियो। अंबर पूंजा कुरलिया बग बैठे आए जियो। सातन चली साहुरी क्या वो देसी अगे जय जियो। सुती सुती चाल थिया पुली वाटड़ी आस जियो। तैसा नालो मुती अस दुखा को तरयास जियो। तुद गुण में सब अवगुणा एक नानक की अरदास जियो। सब राती सोहागणी मैं डोहागण काई रात जियो। तुद गुण में सब अवगुणा एक नानक की अरदास जियो। सब राती सुहागणी मैं डोहागण काई रात जियो। वाहिगुरू जी का खालसा वाहिगुरू जी की फतेह। प्यारो ये जो मुबारक वचन आप जियां ने हुक्मनामे के रूप दे विच सरवण कीते हैं। धन धन साहिब श्री गुरु रामदास पातशाह जियां दे पावन पवित्र दरबार तो
ਜਿਸ ਦਰਬਾਰ ਦਾ ਨਾਲ ਸਾਡੀ ਸਾਰਿਆਂ ਦੀ ਆਸਥਾ ਬਣੀ ਹੋਈ ਹੈ, ਤੇ ਸਾਰੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ ਚਰਨਾਂ ਦੇ ਨਾਲ ਜੁੜੇ ਹੋਏ ਹਨ। ਇਹ ਜੋ ਸ਼ਬਦ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ 762 ਅੰਗ ਤੇ ਸੁਭਾਈਮਾਨ ਹੈ। ਰਾਗ ਸੂਹੀ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਦਾ ਉਚਾਰਨ ਕੀਤਾ ਹੋਇਆ ਕੁਚਜੀ ਦੇ ਸਰਲੇਖ ਇਹ ਜੋ ਆਪ ਜੀਆਂ ਨੇ ਪਾਵਨ ਪਵਿੱਤਰ ਬਚਨ ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਹੋਏ ਸਰਵਣ ਕੀਤੇ ਹਨ। ਸ਼ਬਦ ਦੇ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਰਾਗ ਸੂਹੀ ਮਹਲਾ ਪਹਿਲਾ ਕੁਚਜੀ। ਰਾਗ ਸੂਹੀ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਪਾਵਨ ਅਮੋਲਕ ਬਚਨ ਉਚਾਰਨ ਕੀਤੇ ਹੋਏ ਕੁਚਜੀ ਤੋਂ ਭਾਵ ਹੈ ਇੱਕ ਜਿਸ ਨੂੰ ਚੱਜ ਨਾ ਹੋਵੇ ਸੋ ਚੱਜੀ ਉਹ ਹੋਇਆ ਕਰਦੀ ਹੈ। ਪਿਆਰਿਓ, ਜਿਹਨੂੰ ਚੱਜ ਅਚਾਰ ਸਾਰਿਆਂ ਦਾ ਪਤਾ, ਗੁਰਬਾਣੀ ਦਾ ਸਰਲੇਖ ਹੈ ਕੁਚਜੀ। ਇੱਕ ਸੁਚੱਜੀ ਵੀ ਆਉਂਦਾ ਹੈ। ਇਹ ਸਤਿਗੁਰੂ ਕਹਿ ਰਹੇ ਨੇ ਆਪਣੇ ਪਾਵਨ ਪਵਿੱਤਰ ਬਚਨਾਂ ਦੇ ਵਿੱਚ ਕਿ ਜੋ ਕੁਚੱਜੀ ਹੈ ਉਹਨੂੰ ਬਿਲਕੁਲ ਚੱਜ ਕੋਈ ਨਹੀਂ ਆਉਂਦਾ। ਪਿਆਰਿਓ, ਸਤਿਗੁਰੂ ਨਾਨਕ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਬਚਨ ਹਨ। ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੁੱਖ ਸੁਤਾ ਕਾਲੀਆਂ, ਬਾਹਰੋਂ ਚਿਟਵੀਆਂ, ਰੇਸ਼ਾਂ ਕਰਹਿਤ ਨਾੜੀਆਂ, ਜੋ ਸਿਵੀ ਦਰ ਖੜੀਆਂ, ਨਾਲ ਖਸਮੇ ਰਤੀਆਂ, ਮਾਣੇ ਸੁਖ ਰਲੀਆਂ, ਹੁੰਦੇ ਤਾਣ ਨਿਤਾਣੀਆਂ, ਰਹੇ ਨਿਮਾਨੜੀਆਂ, ਨਾਨਕ ਜਨਮ ਸੁਕਾਰਥਾ, ਜੇ ਤਿਨ ਕੇ ਸੰਗ ਮੇਲਾ। ਇਸ ਚੱਜੀ ਜੇ ਕੋਈ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਜਾਵੇਗੀ ਉਹਦਾ ਜਨਮ ਸਕਾਰਥ ਹੋ ਜਾਵੇਗਾ। ਪਿਆਰਿਓ, ਉਸੇ ਦਾ ਜਨਮ ਦਰਗਾਹੀ ਕਬੂਲ ਹੈ, ਨਹੀਂ ਤੇ ਕੁਚੱਜੀ ਹੈ। ਜਿਵੇਂ ਆਪ ਜੀਆਂ ਨੇ ਪਹਿਲੇ ਬਚਨ ਸਤਿਗੁਰਾਂ ਦੇ ਗੱਲੀ ਅਸੀਂ ਚੰਗੀਆਂ, ਗੱਲੀ ਹੋ ਸੁਹਾਗਣ ਭੈਣੇ ਕੰਤ ਨ ਕਬਹੂ, ਮੈਂ ਮਿਲਿਆ ਗੱਲਾਂ ਦੇ ਨਾਲ। ਇਹ ਪਿਆਰਿਓ, ਕਈ ਕਹਿੰਦੀ ਰਾਈ ਦਾ ਪਹਾੜ ਬਣਾ ਦਿੰਦੇ ਨੇ। ਗੱਲੀ ਹੋ ਸੁਹਾਗਣ ਭੈਣੇ, ਗੱਲਾਂ ਦੇ ਨਾਲ ਤੇ ਮੈਂ ਸੁਹਾਗਣ ਹਾਂ, ਪਰ ਕੰਤ ਨਹੀਂ ਕਦੇ ਵੀ ਨਹੀਂ ਮਿਲਿਆ, ਮੇਰਾ ਪਤੀ ਨਹੀਂ ਕਦੇ ਮੈਨੂੰ ਮਿਲਿਆ। ਗੱਲਾਂ ਦੇ ਨਾਲ ਮੈਂ ਸੁਹਾਗਣ ਹਾਂ। ਇਹ ਸਾਰੇ ਕੰਮ ਮੇਰੇ ਕਿਹੜੇ ਨੇ? ਸੁਹਾਗਣਾ ਵਾਲੇ। ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋਂ ਕਸੁੱਧਾਂ ਕਾਲੀਆਂ। ਮਨ ਅੰਦਰ ਤੇ ਪਾਪ ਭਰਿਆ ਹੋਇਆ, ਕਾਲਕ ਭਰੀ ਹੋਈ ਹੈ। ਬਾਹਰ ਚਿੱਟੇ ਵੀਆਂ ਤੇ ਬਾਹਰ ਦਿਖਾਵਾ ਬੜਾ ਸੁੰਦਰ ਅਸੀਂ ਕਰਦੇ ਹਾਂ। ਬਾਹਰ ਚਿੱਟੇ ਵੀਆਂ, ਰੀਸਾਂ ਕਹੇ ਤਨਾੜੀਆਂ। ਤੇ ਰੀਸਾਂ ਕਿਹਨਾਂ ਦੀਆਂ ਕਰਨੀਆਂ? ਜੋ ਮਾਣੀਆਂ ਜਿਹੜੀਆਂ ਪਰਮੇਸ਼ਰ ਦੇ ਦਰ ਤੇ ਹਮੇਸ਼ਾ ਖੜੀਆਂ ਨੇ, ਜੋ ਮਾਣੇ ਸੁਖ ਰਲੀਆਂ, ਜਿਹੜੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਰੀਸਾਂ ਕਰੇ ਤਨਾੜੀਆਂ, ਉਹਨਾਂ ਦੀਆਂ ਰੀਸਾਂ ਕਰਨੀਆਂ। ਪਿਆਰੋ, ਜਿਹੜੇ ਪ੍ਰਭੂ ਦੇ ਰੰਗ ਦੇ ਵਿੱਚ ਰੰਗੇ ਹੋਏ। ਨਾਨਕ ਜਨਮ ਸਕਾਰਥਾ, ਜੇ ਤਿਨ ਕੇ ਸੰਗ ਮਿਲਾਂ। ਕਹਿੰਦੇ ਪ੍ਰਭੂ ਦੇ ਪਿਆਰ ਵਿੱਚ ਜਿਹੜੇ ਰੰਗੇ ਹੋਏ ਨੇ, ਜੇ ਕਿਤੇ ਉਹਨਾਂ ਦਾ ਸੰਗ ਪ੍ਰਾਪਤ ਹੋ ਜਾਵੇ ਤੇ ਸਾਡਾ ਇਹ ਜਨਮ ਸਕਾਰਥ ਹੋ ਜਾਂਦਾ ਹੈ, ਸਾਡਾ ਆਉਣਾ ਇਹ ਸਫਲ ਹੋ ਜਾਵੇਗਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਇੱਕ ਹੈ ਤੇ ਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਉਸ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਵਾਹਿਗੁਰੂ ਮਿਲਾਪ ਹੋਵੇਗਾ। ਵਾਹਿਗੁਰੂ ਦਾ ਜਿਤਨੀ ਦੇਰ ਤੱਕ ਵਾਹਿਗੁਰੂ ਦੀ ਪਿਆਰੀ ਬਖਸ਼ਿਸ਼ ਨਹੀਂ ਹੁੰਦੀ, ਉਤਨੀ ਦੇਰ ਤੱਕ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਮਨ ਕੁਚੱਜੇ ਅਮਾਵਣ ਡੋਸੜੇ, ਹਉ ਕਿਉ ਸੋ ਰਾਵਣ ਦਾਉ ਦਿਓ। ਮਨ ਤੋਂ ਭਾਵ ਹੁੰਦਾ ਹੈ ਮੇਰੇ ਵਿੱਚ ਤੇ ਕਹਿੰਦੀ ਸਾਰੀ ਔਗਣ ਨਹੀਂ, ਮੇਰੇ ਵਿੱਚ ਗੁਣ ਹੈ ਹੀ ਕੋਈ ਨਹੀਂ। ਔਗਣਾਂ ਦੇ ਨਾਲ ਮੈਂ ਲਬਾਲਬ ਭਰੀ ਹੋਈ ਹਾਂ। ਹਉ ਕਿਉ ਸੋ ਰਾਵਣ ਜਾਏ। ਪਰਮੇਸ਼ਰ ਮੈਨੂੰ ਕਿਵੇਂ ਬੁਲਾਏਗਾ? ਪਰਮੇਸ਼ਰ ਦੇ ਕੋਲ ਮੈਂ ਕਿਵੇਂ ਜਾਵਾਂ? ਕਿਉਂਕਿ ਮੇਰੇ ਅੰਦਰ ਅਵਗਣ ਹੀ ਇੰਨੇ ਨੇ, ਅਵਗਣ ਹੀ ਭਰਿਆ ਸਰੀਰ ਹੈ ਕਿ ਉਹ ਸੰਤੋ ਨਿਰਮਲ ਹੋਏ। ਇਹ ਸਾਰਾ ਸਰੀਰ ਤੇ ਅਵਗਣਾਂ ਦੇ ਨਾਲ ਭਰਿਆ। ਕਹਿੰਦੀ ਮੈਂ ਆਪਣੇ ਆਪ ਨੂੰ ਪਿਆਰਿਓ ਇਹ ਕਹਿ ਦੇਣਾ ਕਿ ਮੇਰੇ ਵਿੱਚ ਗੁਣ ਨਹੀਂ, ਕੋਈ ਗੁਣ ਨਹੀਂ ਦਾਤਾ ਜੀ ਵਿੱਚ ਮੇਰੇ, ਅਵਗਣਾਂ ਦਾ ਮੈਂ ਭਰਿਆ। ਇਹ ਵੀ ਇੱਕ ਨਿਮਰਤਾ ਦਾ ਪ੍ਰਤੀਕ ਹੈ।
ਹੁੰਦਾ ਇਸ ਤਰ੍ਹਾਂ ਹੈ, ਗੁਣ ਕੋਈ ਵੀ ਨਾ ਹੋਵੇ ਤੇ ਮਨੁੱਖ ਆਪਣੇ ਆਪ ਨੂੰ ਸਮਝਦਾ ਹੈ ਕਿ ਮੇਰੇ ਵਰਗਾ ਕੌਣ ਹੈ, ਇਹੋ ਸਮਝਦਾ। ਪਰ ਇੱਥੇ ਜੋ ਸਰਲੇਖ ਹੈ, ਇੱਕ ਤਰਲਾ ਲਿਆ ਹੋਇਆ ਹੈ, ਇੱਕ ਬੇਨਤੀ ਹੈ ਉਸ ਮਾਲਕ ਦੇ ਚਰਨਾਂ ਦੇ ਵਿੱਚ, ਮੇਰੇ ਵਿੱਚ ਤੇ ਗੁਣ ਹੀ ਕੋਈ ਨਹੀਂ, ਮਨ ਕੁਚੱਜੀ ਅਮਾਵਨ ਡੋਸੜੀ, ਕੋਈ ਵੀ ਚੰਗਾ ਗੁਣ ਨਹੀਂ ਮੇਰੇ ਵਿੱਚ, ਮੈਂ ਕਿਵੇਂ ਪਹੁੰਚ ਸਕਦੀ ਹਾਂ, ਕਿਉਂ ਸਵਰਾਵਣ ਜਾਉਂ ਜੀ ਉਸ ਪ੍ਰਭੂ ਪਤੀ ਦੇ ਕੋਲ ਕਿਵੇਂ ਜਾ ਸਕਦਾ, ਨਹੀਂ ਜਾ ਸਕਦੀ। ਇੱਕ ਦੋ ਇੱਕ ਚੜ੍ਹਦੇ ਆ, ਕੌਣ ਜਾਣੇ ਮੇਰਾ ਨਾਮ ਜੀਓ, ਇਹਦੇ ਵਾਹਿਗੁਰੂ ਦੇ ਦਰ ਦੇ ਉੱਤੇ ਇੱਕ ਤੋਂ ਇੱਕ ਚੜ੍ਹਦੇ ਆ। ਵਾਹਿਗੁਰੂ ਦੇ ਨਾਲ ਜੁੜੀਆਂ ਹੋਈਆਂ ਆਤਮਾ ਮੇਰੇ ਨਾਲ ਬਹੁਤ ਸਾਰੀਆਂ ਅੱਗੇ ਨਹੀਂ, ਮੇਰੇ ਵਿੱਚ ਤੇ ਗੁਣ ਹੀ ਕੋਈ ਨਹੀਂ ਐਸਾ ਕਿ ਵਾਹਿਗੁਰੂ ਦੀ ਪ੍ਰਾਪਤੀ ਮੈਨੂੰ ਹੋ ਸਕੇ। ਇੱਕ ਦੋ ਇੱਕ ਚੜ੍ਹਦੀਆਂ ਪਿਆਰੂ ਸੱਚ ਹੈ ਕਿ ਗੁਰੂ ਦੇ ਦਰ ਦੇ ਉੱਤੇ ਪਤਾ ਨਹੀਂ ਕਿਤਨੀਆਂ ਕੁ ਬਖਸ਼ਿਸ਼ਾਂ ਵਾਲੇ ਬੈਠੇ ਨੇ। ਇਹ ਨਾ ਕਿਧਰੇ ਮਨ ਦੇ ਵਿੱਚ ਮਾਣ ਹੋਵੇ ਕਿ ਮੈਂ ਨਿਤਨੇਮ ਕਰਦਾ ਹਾਂ, ਮੈਂ ਪਰਮੇਸ਼ਰ ਦੀ ਬਾਣੀ ਦਾ ਜਾਪ ਕਰਦਾ ਹਾਂ, ਮੈਂ ਬੜੇ ਚੰਗੇ ਕਰਮ ਕਰਦਾ। ਇਹ ਮਨ ਅੰਦਰ ਕਿਤੇ ਈਗੋ ਨਾ ਆ ਜਾਵੇ। ਇੱਕ ਦੋ ਇੱਕ ਚੜ੍ਹਦੀਆਂ ਇਹੀਓ ਗੱਲ ਆਖੀਏ ਕਿ ਮੇਰੇ ਨਾਲ ਸਾਰੇ ਹੀ ਚੰਗੇ, ਅਵਗਣੀ ਭਰਿਆ, ਮੈਂ ਹੀ ਅਵਗਣਾ ਦਾ ਭਰਿਆ ਹਾਂ, ਮੇਰੇ ਨਾਲੋਂ ਸਾਰੇ ਚੰਗੇ। ਕਬੀਰ ਸਭ ਤੇ ਹਮ ਹੋਏ, ਹਮ ਤਜ ਭਰੋ ਸਭ ਹੋਏ, ਜਿਨ ਐਸਾ ਕਰ ਬੁਝਿਆ ਮੀਤ ਹਮਾਰਾ ਸੋਏ। ਜਿਨੇ ਇਹ ਬੁਝ ਲਈ ਗੱਲ ਕਿ ਮੈਂ ਹੀ ਸਾਰਿਆਂ ਤੋਂ ਨੀਵਾਂ, ਮੈਂ ਹੀ ਸਾਰਾ ਨੀਵਾਂ, ਸਾਰਿਆਂ ਤੋਂ ਨੀਵਾਂ ਹੈ। ਪਿਆਰੂ ਜੀ ਕਿਤੇ ਬਾਰਿਸ਼ ਜਦੋਂ ਪੈਂਦੀ ਹੈ, ਨਿਵਾਣ ਵਾਲੇ ਪਾਸੇ ਨੂੰ ਪਾਣੀ ਜਾਂਦਾ ਹੈ। ਬਾਬਾ ਫਰੀਦ ਜੀਆਂ ਦੇ ਬਚਨ ਹਨ, ਟਿੱਬਿਆਂ ਦੇ ਉੱਤੇ ਪਾਣੀ ਨਹੀਂ ਡਿੱਗਦਾ, ਟਿੱਬੇ ਜੋ ਮਿਹਾ। ਟਿੱਬੇ ਜੀ ਵੱਡੇ ਵੱਡੇ ਨੇ ਜਿਹੜੇ, ਬਾਰਿਸ਼ ਸਭ ਤੋਂ ਪੈਂਦੀ ਉਹਨਾਂ ਦੇ ਉੱਤੇ ਹੈ, ਪਰ ਉਹਨਾਂ ਦੇ ਵਿੱਚ ਟਿਕਦੀ ਕਿਉਂ? ਟੁਕਦੀ ਇਸ ਕਰਕੇ ਨਹੀਂ ਕਿ ਨਿਵਾਣ ਵਾਲੇ ਪਾਸੇ ਨੂੰ ਹੀ ਪਾਣੀ ਜਾਂਦਾ ਹੈ। ਇੱਕ ਦੋ ਇੱਕ ਚੜ੍ਹਦੀਆਂ, ਕੌਣ ਜਾਣੇ ਮੇਰਾ ਨਾਮ ਜੀਓ, ਮੇਰਾ ਨਾਮ ਕੌਣ ਜਾਣੇ। ਵਾਹਿਗੁਰੂ ਜੀ ਤੇਰੇ ਦਰ ਦੇ ਉੱਤੇ ਇੱਕ ਤੋਂ ਇੱਕ ਵੱਧ ਬੰਦਗੀ ਵਾਲੀਆਂ ਰੂਹਾਂ ਜਿਹੜੀਆਂ ਤੇਰੇ ਨਾਲ ਜੁੜੀਆਂ ਹੋਈਆਂ ਨੇ। ਪਿਆਰਿਓ, ਜਹਾਂ ਦੀ ਘਰ ਵਾਲੀ ਨੂਰ ਜਹਾਂ, ਜਿਹਦੇ ਮਨ ਦੇ ਵਿੱਚ ਇਹ ਗੱਲ ਆਈ ਸੀ ਕਿ ਮੇਰੇ ਵਰਗਾ ਕੋਈ ਨਹੀਂ। ਪਿਆਰਿਓ, ਉਸ ਦੇ ਮਨ ਦੇ ਵਿੱਚ ਇਹ ਗੱਲ ਆ ਗਈ, ਮੇਰੇ ਵਰਗਾ ਦੁਨੀਆ ਵਿੱਚ ਕੌਣ ਹੋਵੇਗਾ, ਮੈਂ ਇਤਨੀ ਖੂਬਸੂਰਤ ਤੇ ਫਿਰ ਬਾਦਸ਼ਾਹ ਦੀ ਘਰ ਵਾਲੀ, ਮੇਰੇ ਵਰਗਾ ਕੌਣ ਹੋ ਸਕਦਾ। ਤੇ ਗੁਰੂ ਹਰਗੋਬਿੰਦ ਮਹਾਰਾਜ ਮੇਰੀ ਪੀਰੀ ਦੇ ਮਾਲਕ ਕਹਿੰਦੇ ਬਹੁਤ ਹੀ ਖੂਬਸੂਰਤ ਹਨ, ਉਹਨਾਂ ਵਰਗਾ ਕਹਿੰਦੇ ਦੁਨੀਆ ਦੇ ਵਿੱਚ ਕੋਈ ਨਹੀਂ। ਜਦ ਮੈਂ ਕਹਿੰਦੇ ਉਹਨਾਂ ਦੇ ਦਰਬਾਰ ਦੇ ਵਿੱਚ ਜਾਵਾਂਗੀ ਤੇ ਮੇਰੇ ਤੇ ਮੋਹਿਤ ਹੋ ਜਾਣਗੇ, ਮੇਰੇ ਰੂਪ ਵੱਲ ਵੇਖ ਕੇ। ਪਿਆਰੂ, ਜਹਾਂਗੀਰ ਨੂੰ ਪੁੱਛ ਕੇ ਇਹ ਉਹਨਾਂ ਦੀ ਬੇਗਮ ਨੂਰ ਜਹਾਂ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੇ ਦਰਬਾਰ ਦੇ ਵਿੱਚ ਆਈ। ਬੜੇ ਬਖੂਖਨ ਸੁੰਦਰ ਪਹਿਨੇ ਹੋਏ ਸਨ, ਬੜੇ ਗਹਿਣੇ ਪਹਿਨੇ ਹੋਏ ਸਨ, ਰੂਪ ਵੀ ਸੁੰਦਰ ਸੀ। ਤੇ ਜਿਸ ਵੇਲੇ ਸਤਿਗੁਰਾਂ ਦੀ ਆ ਕਰਕੇ ਮੱਥਾ ਟੇਕਿਆ ਤੇ ਸਤਿਗੁਰਾਂ ਨੇ ਤੱਕਿਆ ਕੋਈ ਨਹੀਂ। ਪਿਆਰਿਆ, ਸਤਿਗੁਰਾਂ ਨੇ ਤੱਕਿਆ ਕੋਈ ਨਹੀਂ। ਤੇ ਉੱਥੇ ਜਦੋਂ ਵੇਖਿਆ ਸੰਗਤ ਦੇ ਵਿੱਚ ਇੱਕ ਤੋਂ ਇੱਕ ਚੜ੍ਹਦੀਆਂ, ਕੌਣ ਜਾਣੇ ਮੇਰਾ ਨਾਮ ਜੀਓ। ਜਿਸ ਵੇਲੇ ਉਸ ਵੇਲੇ ਬੇਗਮ ਨੇ ਇਹ ਗੱਲ ਵੇਖੀ, ਆਓ ਇੱਥੇ ਮੈਂ ਤੇ ਆਪਣੇ ਆਪ 'ਚ ਮਾਣ ਕਰਦੀ ਹਾਂ, ਮੇਰੇ ਵਰਗਾ ਦੁਨੀਆ ਵਿੱਚ ਸੁੰਦਰ ਕੋਈ ਨਹੀਂ, ਮੇਰੇ ਵਰਗਾ ਦੁਨੀਆ ਦੇ ਵਿੱਚ ਕੋਈ ਨਹੀਂ। ਆਹ ਬੱਚੀਆਂ, ਆਹ ਬੀਬੀਆਂ ਜਿਹੜੀਆਂ ਬੈਠੀਆਂ ਨੇ, ਇਹ ਤੇ ਸਾਰੀਆਂ ਹੀ ਮੇਰੇ ਤੋਂ ਚੰਗੀਆਂ ਨੇ, ਇਹ ਸਾਰੀਆਂ ਮੇਰੇ ਤੋਂ ਖੂਬਸੂਰਤ ਨੇ, ਤੇ ਇਹਨਾਂ ਦੇ ਵਿੱਚ ਗੁਣ ਵੀ ਨੇ। ਵਾਹਿਗੁਰੂ ਨੇ ਗੁਣ ਵੀ ਭਰੇ ਹੋਏ ਨੇ। ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਦਰ ਤੇ ਆ ਕਰਕੇ ਸਾਖਸ਼ਾਤ ਬੈਠੀਆਂ ਤੇ ਸਤਿਗੁਰੂ ਦੇ ਦਰਸ਼ਨ ਕਰ ਰਹੀਆਂ ਨੇ, ਦਰਸ਼ਨ ਦੀਦਾਰ ਕਰ ਰਹੀਆਂ ਨੇ। ਇੱਕ ਦੋ ਇੱਕ ਚੜ੍ਹਦੀਆਂ, ਇਹ ਮੇਰੇ ਤੋਂ ਸਾਰੀਆਂ ਹੀ ਚੰਗੀਆਂ ਨੇ। ਤੇ ਸਤਿਗੁਰਾਂ ਨੂੰ ਸਵਾਲ ਕੀਤਾ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੇ, ਮਹਾਰਾਜ ਆਹ ਤੁਹਾਡੇ ਦਰ ਦੇ ਉੱਤੇ ਕਹਿੰਦੇ ਇਤਨੀ ਖੂਬਸੂਰਤੀ, ਕਿਤੇ ਤੁਹਾਡਾ ਮਨ ਚਲਾਏਮਾਨ ਨਹੀਂ ਹੁੰਦਾ। ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੇ ਪਤਾ ਕੀ ਗੱਲ ਆਖੀ, ਬੇਟਾ ਨੂਰ ਜਹਾਂ, ਹਾਲਾਂਕਿ ਉਮਰ ਕਰੀਬ ਬਰਾਬਰ ਹੀ ਹੋ ਗਈ। 28 ਸਾਲ ਦੀ ਉਮਰ ਸੀ ਉਸ ਵੇਲੇ ਗੁਰੂ ਹਰਗੋਬਿੰਦ ਮਹਾਰਾਜ ਦੀ, ਥੋੜਾ ਬਹੁਤਾ ਫਰਕ ਹੋ ਗਿਆ। ਤੇ ਇਹ ਗੱਲ ਆਖੀ, ਬੇਟਾ
ਇੱਥੇ ਜਿਹੜਾ ਵੀ ਆਉਂਦਾ ਗੁਰੂ ਨਾਨਕ ਦੇ ਘਰ ਦੇ ਵਿੱਚ ਜਿਹੜਾ ਵੀ ਆਉਂਦਾ ਉਸ ਨੂੰ ਧੀ ਦੀ ਨਿਗਾਹ ਨਾਲ ਸਮਝਿਆ ਜਾਂਦਾ, ਭੈਣ ਦੀ ਨਿਗਾਹ ਦੇ ਨਾਲ ਸਮਝਿਆ ਜਾਂਦਾ, ਮਾਂ ਦੀ ਨਿਗਾਹ ਦੇ ਨਾਲ ਸਮਝਿਆ ਜਾਂਦਾ। ਇੱਥੇ ਐਸੀ ਗੱਲ ਕੋਈ ਨਹੀਂ। ਗੁਰੂ ਨਾਨਕ ਦੇ ਘਰ ਦੇ ਵਿੱਚ ਆਈ ਤੂੰ ਵੀ ਸਾਡੀ ਬੱਚੀ, ਤੂੰ ਵੀ ਸਾਡੀ ਬੱਚੀਆਂ। ਤੇ ਹੁਣ ਅੱਖਾਂ ਦੇ ਵਿੱਚੋਂ ਆਂਸੂ ਆ ਗਏ। ਕਹਿੰਦੀ ਮੈਨੂੰ ਅੱਜ ਪਤਾ ਲੱਗਾ ਕਿ ਮੈਂ ਆਪਣੇ ਬਾਪ ਦੇ ਘਰ ਦੇ ਵਿੱਚ ਆਈ ਹਾਂ, ਆਪਣੇ ਅੱਬਾ ਜਾਨ ਦੇ ਘਰ ਦੇ ਵਿੱਚ ਆਈ ਹਾਂ। ਪਿਆਰੋ ਵਿਕਾਰ ਹੀ ਸਾਰੇ ਖਤਮ ਹੋ ਗਏ। ਮਨ ਦੇ ਵਿੱਚ ਵਿਕਾਰ ਸਨ, ਵਿਕਾਰ ਸਾਰੇ ਖਤਮ ਕਰ ਦਿੱਤੇ। ਅਭਿਮਾਨ ਸਾਰਾ ਚਕਨਾ ਚੂਰ ਮੇਰੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੇ ਕਰ ਦਿੱਤਾ। ਬੇਟਾ ਇਹ ਤੇਰੇ ਬਾਪ ਦਾ ਹੀ ਘਰ ਹੈ, ਇਹ ਤੇਰੇ ਅੱਬਾ ਜਾਨ ਦਾ ਹੀ ਘਰ ਹੈ, ਜਦੋਂ ਮਰਜੀ ਆਓ। ਸਤਿਗੁਰੂ ਨਾਨਕ ਪਾਤਸ਼ਾਹ ਇੱਥੇ ਕਹਿ ਰਹੇ ਨੇ, ਇੱਕ ਦੂ ਇੱਕ ਚੜ੍ਹੰਦਿਆ ਕੌਣ ਜਾਣੇ ਮੇਰਾ ਨਾਉ ਜੀਓ। ਇੱਥੇ ਤੇ ਇੱਕ ਤੋਂ ਇੱਕ ਚੜ੍ਹਦੇ ਹਨ, ਮੈਨੂੰ ਕੌਣ ਪੁੱਛੇ। ਜਿਨੇ ਸਕੇ ਸੋ ਰਾਵਿਆ ਸੇ ਅੰਬੀ ਛਾਵੜੀਏ ਜੀਓ। ਜਿਨ੍ਹਾਂ ਨੇ ਕਹਿੰਦੇ ਪ੍ਰਭੂ ਪਰਮੇਸ਼ਰ ਦਾ ਰੰਗ ਮਾਣਿਆ, ਜਿਹੜੇ ਪ੍ਰਭੂ ਦੇ ਰੰਗ ਦੇ ਵਿੱਚ ਰੰਗੀਆਂ ਹੋਈਆਂ ਨੇ, ਕਹਿੰਦੇ ਸੇ ਅੰਬੀ ਛਾਵੜੀਏ ਜੀ। ਅੰਬ ਦੀ ਛਾਂ ਜਿਹੜੀ ਹੈ ਉਹ ਕਹਿੰਦੇ ਬੜੀ ਸੰਘਣੀ ਹੈ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਜਿਨ੍ਹਾਂ ਨੇ ਪਰਮੇਸ਼ਰ ਦਾ ਰੰਗ ਮਾਣਿਆ ਹੈ, ਮਾਨੋ ਉਹ ਜਿਸ ਤਰ੍ਹਾਂ ਕੋਈ ਅੰਬਾਂ ਦੀ ਛਾਂ ਤੇ ਬੈਠਾ ਹੋਵੇ। ਪਿਆਰਿਓ ਇਹ ਜਿਹੜਾ ਸ਼ਬਦ ਉਚਾਰਨ ਕੀਤਾ ਹੈ ਪ੍ਰੋਫੈਸਰ ਸਾਹਿਬ ਸਿੰਘ ਜੀ ਉਹਨਾਂ ਨੇ ਜਿਹੜੇ ਅਰਥ ਕੀਤੇ ਨੇ, ਉਹ ਕਹਿੰਦੇ ਨੇ ਇਹ ਡਿਸਟ੍ਰਿਕਟ ਗੁਰਦਾਸਪੁਰ ਦਾ ਉਚਾਰਨ ਕੀਤਾ ਹੋਇਆ, ਕਿਉਂਕਿ ਉੱਥੇ ਅੰਬ ਬਹੁਤ ਜ਼ਿਆਦਾ ਸਨ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਜਗ੍ਹਾ ਤੇ ਉਹਨਾਂ ਦਿਨਾਂ ਦੇ ਵਿੱਚ ਗਰਮੀਆਂ ਹੋਣਗੀਆਂ, ਜਦੋਂ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਇਹ ਸ਼ਬਦ ਉਚਾਰਨ ਕੀਤਾ, ਤੇ ਉਹਨਾਂ ਦਿਨਾਂ ਦੇ ਵਿੱਚ ਅੰਬ ਵੀ ਬਹੁਤ ਹੋਣਗੇ। ਗਰਮੀਆਂ ਦੇ ਦਿਨਾਂ ਦੇ ਵਿੱਚ ਅੰਬ ਹੁੰਦੇ ਨੇ। ਤੇ ਸਤਿਗੁਰਾਂ ਨੇ ਉਦਾਹਰਣ ਦਿੱਤੀ ਇੱਥੇ, ਜਿਨੀ ਸਕੀ ਸੋ ਰਾਵਿਆ। ਜਿਨ੍ਹਾਂ ਨੇ ਆਪਣੇ ਪਰਮੇਸ਼ਰ ਦਾ ਪੱਲਾ ਫੜ ਲਿਆ, ਜਿਹੜੀਆਂ ਪਰਮੇਸ਼ਰ ਦੇ ਨਾਲ ਬੈਠੀਆਂ ਹੋਈਆਂ ਨੇ, ਮਾਨੋ ਉਹ ਇਵੇਂ ਨੇ ਜਿਵੇਂ ਅੰਬਾਂ ਦੀ ਸੰਘਣੀ ਛਾਂ ਹੁੰਦੀ ਹੈ, ਉਹਨਾਂ ਦੀ ਛਾਂ ਦੇ ਹੇਠਾਂ ਆਨੰਦ ਮਾਣ ਰਹੀਆਂ, ਠੰਡੀ ਛਾਂ ਦਾ ਆਨੰਦ ਮਾਣ ਰਹੀਆਂ। ਸੇ ਗੁਣ ਮੰਜ ਨਾ ਆਵਰੇ ਹਉ ਕਹਿ ਜੀ ਦੋਸ ਧਰਿਓ ਜੀਓ। ਕਹਿੰਦੇ ਇਹੋ ਜਿਹੇ ਗੁਣ ਮਨ ਤੋਂ ਭਾਵ ਹੈ ਮੇਰੇ ਵਿੱਚ ਤੇ ਕੋਈ ਨਹੀਂ। ਹਉ ਕਹਿ ਜੀ ਦੋਸ ਧਰਿਓ ਜੀਓ। ਕਹਿੰਦੇ ਮੈਂ ਦੋਸ਼ ਕਿਸ ਨੂੰ ਦੇਵਾਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨ। ਪਿਆਰੇ ਦੋਸ਼ ਕਿਸੇ ਨੂੰ ਨਹੀਂ ਦਿੱਤਾ ਜਾ ਸਕਦਾ। ਆਪੋ ਆਪਣੇ ਕਰਮਾਂ ਦਾ ਕਰਮੀ ਆਪੋ ਆਪਣੀ, ਕੀ ਨੇੜੇ ਕੀ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸੇ ਗੁਣ ਮੰਝ ਨਾ ਆਵਨੀ, ਮੇਰੇ ਵਿੱਚ ਤਾਂ ਐਸਾ ਗੁਣ ਹੀ ਕੋਈ ਨਹੀਂ। ਹਉ ਕਹਿ ਜੀ ਦੋਸ ਧਰਿਓ ਜੀ। ਕਹਿੰਦੀ ਵਾਹਿਗੁਰੂ ਨੂੰ, ਉਸ ਪਰਮੇਸ਼ਰ ਦੇ ਉੱਤੇ ਮੈਂ ਕੀ ਆਖਾਂ, ਮੇਰੇ ਵਿੱਚ ਸਾਰੇ ਹੀ ਦੋਸ਼ ਹਨ, ਅਵਗੁਣਾਂ ਦੀ ਭਰੀ ਹੋਈ ਹੈ। ਤੇ ਮੈਂ ਕਿਸੇ ਨੂੰ ਦੋਸ਼ ਕੀ ਦੇਵਾਂ, ਮੈਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੀ। ਇਹਦੇ ਵਿੱਚ ਕਿਸੇ ਦਾ ਕਸੂਰ ਕੋਈ ਨਹੀਂ, ਇਹ ਮੇਰਾ ਆਪਣਾ ਹੀ ਕਸੂਰ ਹੈ ਕਿ ਮੇਰੇ ਵਿੱਚ ਗੁਣ ਹੀ ਕੋਈ ਨਹੀਂ। ਜੇ ਮੇਰੇ ਵਿੱਚ ਗੁਣ ਹੁੰਦੇ ਤੇ ਵਾਹਿਗੁਰੂ ਮੈਨੂੰ ਆਪਣੀ ਕੋਲ ਬਿਠਾ ਲੈਂਦਾ। ਕਿਆ ਗੁਣ ਤੇਰੇ ਵਿਥਰਾ ਓ ਕਿਆ ਕਿੰਨਾ ਤੇਰਾ ਨਾਉ ਜੀਓ। ਕਹਿੰਦੇ ਤੇਰੇ ਗੁਣ ਇਤਨੇ ਨੇ, ਉਹਨਾਂ ਦਾ ਕੀ ਵਿਸਥਾਰ ਮੈਂ ਕਰਾਂ। ਤੇਰੇ ਇੱਕ ਗੁਣ ਦੀ ਵੀ ਮੈਂ ਗੱਲ ਨਹੀਂ ਕਰ ਸਕਦੀ। ਤੇਰੇ ਵਿੱਚ ਤੇ ਗੁਣ ਇਤਨੇ ਨੇ, ਵਿਸਥਾਰ ਇਤਨਾ ਹੈ, ਮੈਂ ਉਹਨਾਂ ਦਾ ਵਿਸਥਾਰ ਨਹੀਂ ਕਰ ਸਕਦੀ। ਕਿਹਾ ਕਿ ਨਾ ਤੇਰੇ ਇੱਕ ਵੀ ਬਖਸ਼ਿਸ਼ ਦੀ ਮੈਂ ਗੱਲ ਨਹੀਂ ਕਰ ਸਕਦੀ। ਮੈਨੂੰ ਤੇ ਪਤਾ ਹੀ ਕੋਈ ਨਹੀਂ, ਤੇਰੇ ਵਿੱਚ ਵਾਹਿਗੁਰੂ ਇਤਨੇ ਗੁਣ ਹਨ। ਇੱਕ ਟਟੋਲ ਨਾ ਅੰਬੜਾ ਹਉ ਸਦ ਕੁਰਬਾਨੇ ਜਾਓ ਜੀਓ। ਕਹਿੰਦੇ ਜਿਹੜੀਆਂ ਤੂੰ ਮੇਰੇ ਤੇ ਬਖਸ਼ਿਸ਼ਾਂ ਕੀਤੀਆਂ ਨੇ, ਰਹਿਮਤਾਂ ਕੀਤੀਆਂ, ਜਿਹੜੀਆਂ ਮੈਨੂੰ ਦਾਤਾਂ ਬਖਸ਼ਿਸ਼ ਕੀਤੀਆਂ ਨੇ ਵਾਹਿਗੁਰੂ ਜੀ, ਮੈਂ ਤੇਰੀਆਂ ਦਾਤਾਂ ਵੱਲ ਵੇਖ ਕੇ ਤੇਰੇ ਤੋਂ ਕੁਰਬਾਨ ਜਾਂਦਾ। ਜੇ ਬਖਸ਼ਿਸ਼ਾਂ ਇਤਨੀਆਂ ਕਰ ਸਕਦਾ, ਉਹ ਮਾਲਕ ਕਿੱਡਾ ਕੁ ਵੱਡਾ ਹੋਵੇਗਾ। ਪਿਆਰੇ ਜਿਹੜਾ ਏਡੀਆਂ ਸੁੰਦਰ ਬਖਸ਼ਿਸ਼ਾਂ ਕਰਦਾ, ਉਹ ਦਾਤਾ ਕਿੱਡਾ ਕੁ ਵੱਡਾ ਹੋਵੇਗਾ। ਕਹਿੰਦੇ ਮੈਂ ਇਹ ਗੱਲ ਵੇਖ ਕੇ ਹੀ ਹੈਰਾਨ ਹਾਂ। ਇੱਕ ਤੇ ਟੋਲ ਨਾ ਅੰਬੜਾ, ਕਹਿੰਦੇ ਜੇ ਇੱਕ ਦਾਤ ਤੂੰ ਮੈਨੂੰ ਬਖਸ਼ਿਸ਼ ਕੀਤੀ ਹੈ, ਕੋਈ ਰਹਿਮਤ ਮੇਰੇ ਤੇ ਕੀਤੀ ਹੈ, ਮੈਂ ਉਸ ਵੱਲ ਵੇਖ ਕੇ ਹੀ ਕੁਰਬਾਨ ਜਾਂਦੀ ਹਾਂ। ਤੇਰੇ ਤੋਂ ਸਦਕੇ ਜਾਂਦੀ ਹਾਂ। ਤੇਰੀਆਂ ਦਾਤਾਂ ਵੱਲ ਵੇਖ ਕੇ, ਤੇਰੇ ਵਿੱਚ ਗੁਣ ਬਹੁਤ ਜ਼ਿਆਦਾ ਨੇ, ਤੇਰੇ ਗੁਣਾਂ ਦੀ ਗੱਲ ਤੇ ਮੈਂ ਕੀ ਕਰ ਸਕਾਂ।
ਗੁਣਾਂ ਦਾ ਵਿਸਥਾਰ ਮੈਂ ਨਹੀਂ ਕਰ ਸਕਦੀ। ਤੇਰੇ ਤੇ ਏਡੀਆਂ ਬਖਸ਼ਿਸ਼ਾਂ ਤੂੰ ਕਰਦਾ, ਇਤਨੀਆਂ ਰਹਿਮਤਾਂ ਕਰਦਾ, ਜਿਹੜੀਆਂ ਮੈਨੂੰ ਵਸਤੂਆਂ ਦਿੰਦਾ, ਮੈਂ ਉਹਨਾਂ ਤੋਂ ਜਿਹੜੀਆਂ ਤੂੰ ਦਾਤਾਂ ਮੇਰੇ ਤੇ ਬਖਸ਼ਿਸ਼ ਕਰਦਾ, ਇੱਕ ਵੀ ਦਾਤ ਦਾ ਜੇ ਮੈਂ ਸ਼ੁਕਰਾਨਾ ਅਦਾ ਕਰਨ ਲੱਗਾ ਪਿਆਰੇ, ਸੱਚ ਗੱਲ ਹੈ ਇਹ, ਜੇ ਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ, ਜਿਤਨੀਆਂ ਦਾਤਾਂ ਵਾਹਿਗੁਰੂ ਨੇ ਸਾਨੂੰ ਦਿੱਤੀਆਂ ਨੇ, ਅਸੀਂ ਇੱਕ ਇੱਕ ਦਾਤ ਦਾ ਸ਼ੁਕਰਾਨਾ ਵੀ ਨਹੀਂ ਕਰ ਸਕਦੇ, ਇੱਕ ਇੱਕ ਦਾਤ ਦਾ ਸ਼ੁਕਰਾਨਾ ਵੀ ਨਹੀਂ ਕਰ ਸਕਦੇ। ਸੋਇਨਾ ਰੂਪਾ ਰੰਗਲਾ ਮੋਤੀ ਤੈ ਮਾਣਕ ਧੀਓ, ਕਹਿੰਦੇ ਮੈਨੂੰ ਸੋਇਨਾ ਦਿੱਤਾ, ਮੈਨੂੰ ਚਾਂਦੀ ਦਿੱਤੀ, ਮੈਨੂੰ ਹੀਰੇ ਮੋਤੀ ਤੇ ਦਿੱਤੇ ਵਾਹਿਗੁਰੂ ਜੀ, ਇਹ ਸਾਰਾ ਕੁਝ ਮੈਨੂੰ ਤੇ ਦਿੱਤਾ। ਅਸਲ ਦੇ ਵਿੱਚ ਸੋਨਾ ਚਾਂਦੀ ਮਾਣਕ ਸਭ ਤੋਂ ਜੇ ਅਮੋਲ ਕਹਿਤੀ ਪਿਆਰਿਓ ਪਰਮੇਸ਼ਰ ਦਾ ਨਾਮ, ਤੇ ਵਾਹਿਗੁਰੂ ਜੀ ਉਹ ਵੀ ਦਿੰਦਾ ਹੈ, ਵਾਹਿਗੁਰੂ ਉਹ ਵੀ ਦਿੰਦਾ ਹੈ। ਜੇ ਕੋਈ ਝੋਲੀ ਕੱਢੇਗਾ ਤੇ ਉਸ ਦੇ ਘਟ ਦੇ ਵਿੱਚ ਪਿਆਰਿਓ, ਹਿਰਦੇ ਘਟ ਦੇ ਵਿੱਚ ਮੇਰਾ ਮਾਲਕ ਨਾਮ ਦੀ ਕਣੀ ਵੀ ਉਹ ਦੇਵੇਗਾ। ਸੇ ਵਸਤੂ ਸਹਿ ਦਿੱਤੀਆਂ ਮੈਂ ਤਿਨ ਸਿਉ ਲਾਇਆ ਚਿਤ ਜੀਓ, ਇਹ ਵਾਹਿਗੁਰੂ ਜੀ ਤੁਸੀਂ ਸਾਰੀਆਂ ਮੈਨੂੰ ਵਸਤੂਆਂ ਦਿੱਤੀਆਂ, ਜਿਵੇਂ ਸੋਨਾ ਰੂਪਾ ਚਾਂਦੀ ਇਹ ਮੋਤੀ ਮੈਨੂੰ ਬਖਸ਼ਿਸ਼ ਕੀਤੇ, ਤੇ ਕਹਿੰਦੇ ਮੈਂ ਇਹਨਾਂ ਦੇ ਨਾਲ ਚਿੱਤ ਲਾ ਲਿਆ। ਤਿਨ ਸਿਉ ਲਾਇਆ ਚਿੱਤ ਜੀਓ, ਇਹਨਾਂ ਦੇ ਵਿੱਚ ਇਤਨੀ ਮੈਂ ਕਹਿੰਦੇ ਫਸ ਗਈ, ਇਹਨਾਂ ਦੇ ਨਾਲ ਮੈਂ ਆਪਣਾ ਨੇਹੋਂ ਪਾ ਲਿਆ। ਮਿੱਟੀ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਮੰਦਰ ਕਹਿੰਦੇ ਨੇ ਘਰਾਂ, ਮਿੱਟੀ ਦੇ ਬਣੇ ਹੋਏ ਪੱਥਰਾਂ ਦੀ ਬਣੀਆਂ ਹੋਈਆਂ ਚੀਜ਼ਾਂ ਨੂੰ ਕਹਿੰਦੇ ਮੈਂ ਤੇ ਇਹਨਾਂ ਨੂੰ ਇਕੱਠੀਆਂ ਕਰੀ ਗਈ। ਸਾਰੀ ਜ਼ਿੰਦਗੀ ਪਿਆਰਿਓ ਇਹੋ ਕੁਝ ਕਰਦੇ ਹਨ ਅਸੀਂ, ਕਿਤਨੇ ਕਿਤਨੇ ਘਰ ਵੀ ਹੋ ਜਾਂਦੇ ਨੇ, ਫਿਰ ਵੀ ਮਨ ਦੇ ਵਿੱਚ ਹੁੰਦਾ ਹੋਰ ਘਰ ਲੈ ਲਈਏ। ਕਿਤਨੇ ਇਹ ਪੱਥਰ ਹੀ ਕਹਿੰਦੇ ਇਕੱਠੇ ਕਰਨ ਵਾਲੀ ਗੱਲ ਹੈ, ਇਹ ਕੰਕਰ ਹੀ ਇਕੱਠੇ ਕਰਨ ਵਾਲੀ ਗੱਲ ਹੈ, ਇਹ ਮਿੱਟੀ ਹੀ ਇਕੱਠੀ ਕਰਨ ਵਾਲੀ ਗੱਲ ਹੈ। ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ, ਕਹਿੰਦੇ ਮੈਂ ਤੇ ਇਕੱਤਰ ਇਹ ਕਰ ਗਈ। ਕਰਨਾ ਤੇ ਸੀ ਨਾਮ ਦਾ ਧਨ ਇਕੱਤਰ, ਉਹ ਮੈਂ ਕੀਤਾ ਕੋਈ ਨਹੀਂ, ਕਹਿੰਦੇ ਇਹਨਾਂ ਚੀਜ਼ਾਂ ਨੂੰ ਮੈਂ ਇਕੱਠੀਆਂ ਕਰੀ ਗਈ। ਹਉ ਏਨੀ ਢੋਲੀ ਭੁੱਲੀ ਅਸ ਤਿਸ ਕੰਤ ਨਾ ਬੈਠੀ ਪਾਸ ਜੀਓ, ਕਹਿੰਦੇ ਇਹਨਾਂ ਗੱਲਾਂ ਦੇ ਵਿੱਚ ਹੀ, ਘਰਾਂ ਦੇ ਵਿੱਚ, ਮਹਿਲ ਮਾੜੀਆਂ ਦੇ ਵਿੱਚ, ਸੋਨੇ ਚਾਂਦੀ ਦੇ ਵਿੱਚ, ਕਹਿੰਦੇ ਮੈਂ ਤੇ ਭੁੱਲ ਗਈ। ਇਸ ਕੰਤ ਨਾ ਬੈਠੀ ਪਾਸ ਜੀਓ, ਵਾਹਿਗੁਰੂ ਜੀ ਤੇਰੇ ਕੋਲ ਤੇ ਮੈਂ ਬੈਠੀ ਕੋਈ ਨਹੀਂ, ਤੇਰਾ ਨਾਮ ਮੈਂ ਜਪਿਆ ਹੀ ਕੋਈ ਨਹੀਂ, ਤੇਰੇ ਵੱਲ ਮੈਂ ਆਈ ਕੋਈ ਨਹੀਂ। ਪਿਆਰਿਓ ਨਾਮ ਦੀ ਕਦਰ ਦਾ ਉਦੋਂ ਪਤਾ ਲੱਗਦਾ ਜਦੋਂ ਅੱਗੇ ਜਾ ਕੇ ਲੇਖੇ ਜੋਖੇ ਦੀ ਗੱਲ ਹੁੰਦੀ ਹੈ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਤੇ ਇਹਨਾਂ ਦੇ ਸਾਥੀ ਜਦੋਂ ਹਜ਼ਾਰੀ ਬਾਗ ਜੇਲ੍ਹ ਦੇ ਵਿੱਚ ਸਨ ਪਿਆਰਿਓ, ਤੇ ਇਹਨਾਂ ਦੇ ਵਿੱਚ ਇੱਕ ਜਿਸ ਦਾ ਨਾਮ ਸੀ ਕੇਰ ਸਿੰਘ, ਇਹ ਸਾਹਨੇਵਾਲ ਦਾ ਰਹਿਣ ਵਾਲਾ ਸੀ। ਸਾਹਨੇਵਾਲ ਦਾ ਰਹਿਣ ਵਾਲਾ ਤੇ ਹਜ਼ਾਰੀ ਬਾਗ ਦੇ ਵਿੱਚ ਸਾਰਿਆਂ ਨੂੰ ਅਲੱਗ-ਅਲੱਗ ਰੱਖਿਆ ਹੋਇਆ ਸੀ, ਸਾਰਿਆਂ ਨੂੰ ਅਲੱਗ-ਅਲੱਗ ਰੱਖਿਆ ਹੋਇਆ ਸੀ। ਪਰ ਇਹ ਪਹਿਲੋਂ ਪਤਤ ਸੀ, ਇਹਨੇ ਕੇਸਾਂ ਦੀ ਬੇਅਦਬੀ ਕਰਵਾ ਲਈ। ਕੇਰ ਸਿੰਘ ਹੋਰਾਂ ਨੇ ਕੇਸਾਂ ਦੀ ਜਿਸ ਵੇਲੇ ਬੇਅਦਬੀ ਕਰਵਾ ਲਈ ਤੇ ਪਿਆਰਿਓ ਹੁਣ ਉੱਥੇ ਜੇਲ੍ਹ ਦੇ ਵਿੱਚ ਇਹ ਬੜਾ ਦੁਖੀ ਹੈ, ਜੇਲ੍ਹ ਦੇ ਵਿੱਚ ਇਤਨਾ ਦੁਖੀ। ਦੂਸਰੀ ਗੱਲ, ਇਸਨੂੰ ਹਜ਼ੀਰਾਂ ਦਾ ਰੋਗ ਹੋ ਗਿਆ, ਹਜ਼ੀਰਾਂ ਦਾ ਰੋਗ ਹੋ ਗਿਆ। ਹਜ਼ੀਰਾਂ ਠੀਕ ਨਾ ਹੋਣ ਪਿਆਰਿਓ, ਇਹ ਗਲੇ ਦੇ ਦੁਆਲੇ ਹੋ ਜਾਂਦੀਆਂ ਨੇ ਹਜ਼ੀਰਾਂ, ਇਹ ਬਹੁਤ ਦੁਖੀ ਕਰਦੀਆਂ ਨੇ, ਬਹੁਤ ਦੁੱਖ ਦਿੰਦੀਆਂ ਨੇ, ਇਹਨਾਂ ਦੀ ਦਰਦ ਬਹੁਤ ਜ਼ਿਆਦਾ ਹੁੰਦੀ ਹੈ। ਇਹ ਪਿਆਰਿਓ ਆਪ ਜੀ ਦੇ ਨਾਲ ਧਿਆਨ ਉਤਰੀ ਇਹ ਗੱਲ ਕੁਦਰਤੀ ਆਈ। ਦੱਸ ਦੇਵਾਂ, ਹਜ਼ੀਰਾਂ ਦਾ ਰੋਗ ਜੇ ਕਿਧਰੇ ਕਿਸੇ ਨੂੰ ਹੋ ਜਾਵੇ, ਫਰੀਦਕੋਟ ਦੇ ਲਾਗੇ ਇੱਕ ਪਿੰਡ ਹੈ ਨੰਗਲੀ, ਨੰਗਲੀ ਪਿੰਡ ਹੈ, ਉੱਥੇ ਇੱਕ ਜੋੜਾ ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਦਾ, ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਨੇ ਆਪਣਾ ਜੋੜਾ ਭਾਈ ਲਾਲ ਜੀ ਨੂੰ ਦਿੱਤਾ ਸੀ, ਜਿਹੜੇ ਕਿ ਲੰਗਰ ਦਾ ਕੰਮ ਕਰਦੇ ਸਨ, ਹਲਵਾਈ ਸਨ। ਤੇ ਉਹ ਸਤਿਗੁਰਾਂ ਨੂੰ ਕਹਿੰਦੇ ਮਹਾਰਾਜ ਮੇਰੇ ਤੇ ਵੀ ਬਖਸ਼ਿਸ਼ ਕਰੋ, ਮੇਰਾ ਵੀ ਤਲਵਾਰ ਚਲਾਉਣ ਨੂੰ ਦਿਲ ਕਰਦਾ ਹੈ। ਤੇ ਸਤਿਗੁਰਾਂ ਨੇ ਆਖਿਆ ਤੂੰ ਵੀ ਆ ਜਾ। ਭਾਈ ਲਾਲ ਜੀ ਬਣਾਣੇ ਪਿਆਰਿਓ ਬੜੀ ਤੇਗ ਆਵਾਜ਼, ਖੁਰਪਾ ਸੀ ਜਿਹੜਾ ਉਹਨਾਂ ਦੇ ਕੋਲ, ਉਹੀ ਚਲਾਈ ਜਾਂਦੇ ਸਨ। ਬੜਿਆਂ ਦੀ ਆਹੂ ਰਾਏ ਤੇ ਮੇਰੇ ਸਤਿਗੁਰਾਂ ਨੇ ਖੁਸ਼ ਹੋ ਕੇ ਉਹਨਾਂ ਨੂੰ ਆਪਣਾ ਜੋੜਾ ਦਿੱਤਾ ਸੀ, ਜੋੜਾ ਦਿੱਤਾ ਸੀ। ਤੇ ਉਹ ਜੋੜੇ ਦੀ ਮਹਾਨਤਾ ਇਹ ਵੀ ਪਿਆਰਿਓ ਕਿ ਉਹ ਅਸਥਾਨ ਤੇ ਪਿੰਡ ਨੰਗਲੀ ਦੇ ਵਿੱਚ, ਇਹ ਫਰੀਦਕੋਟ ਦੇ ਵਿੱਚ ਪੈਂਦਾ, ਟਾਹਣੀ ਪਿੰਡ ਵਾਲੇ ਦੇ ਕੋਲ ਪੈਂਦਾ ਪਿੰਡ ਇਹ ਨੰਗਲੀ, ਕਹਿੰਦੇ ਉੱਥੇ ਦਾਸਰਾ ਸਥਾਨ ਵੇਖ ਕੇ ਵੀ ਆਇਆ।
ਉੱਥੇ ਜੋੜਾ ਗੁਰੂ ਕਲਗੀਧਰ ਮਹਾਰਾਜ ਜੀਆਂ ਦਾ, ਤੇ ਕਹਿੰਦੇ ਕਿ ਜਿਹੜਾ ਕੋਈ ਉੱਥੇ ਜਾਵੇ, ਜਾ ਕਰਕੇ ਦੇਖ ਕਰ ਆਵੇ, ਅਰਦਾਸ ਬੇਨਤੀ ਕਰੇ, ਜੋੜੇ ਦੇ ਦਰਸ਼ਨ ਕਰੇ, ਤੇ ਉਸ ਦਾ ਹਜ਼ੀਰਾਂ ਦਾ ਰੋਗ ਦੂਰ ਹੋ ਜਾਵੇਗਾ। ਮੇਰੇ ਸਤਿਗੁਰੂ ਬਾਅਦ ਦੇ ਵਿੱਚ ਹੀ ਵੇਖਿਓ ਕਿਤਨੀਆਂ ਬਖਸ਼ਿਸ਼ਾਂ ਕਰ ਰਹੇ ਨੇ, ਕਿਤਨੀਆਂ ਰਹਿਮਤਾਂ ਕਰ ਰਹੇ ਨੇ, ਤਰਸ ਕਰ ਰਹੇ ਨੇ ਆਪਣੇ ਸਿੱਖਾਂ ਤੇ। ਜੇ ਕੋਈ ਦੁੱਖ ਕਿਤੇ ਆ ਵੀ ਜਾਵੇ ਤੇ ਉਸ ਦੁੱਖ ਦੀ ਨਿਵਰਤੀ ਵੀ ਕਰ ਦੇਣਗੇ। ਪਿਆਰੋ, ਇਹ ਕੇਹਰ ਸਿੰਘ ਨੂੰ ਵੀ ਕਹਿੰਦੇ ਹਜ਼ੀਰਾਂ ਦਾ ਰੋਗ ਹੋ ਗਿਆ, ਬਹੁਤ ਦੁਖੀ ਸੀ, ਬਹੁਤ ਦੁਖੀ। ਹਰ ਵੇਲੇ ਇਸਨੇ ਹਾਲ ਪਾਰਿਆ ਕਰਨੀ, ਹਾਏ ਹਾਏ ਕਰਨਾ। ਤੇ ਵਹਿ ਮੰਨਦਾ ਇਹ ਆਚਾਰੀਆ ਮਤ ਵਾਲਿਆਂ ਨੂੰ ਸੀ, ਆਚਾਰੀਆ ਮਤ ਵਾਲਿਆਂ ਨੂੰ ਮੰਨਦਾ ਸੀ, ਪਤਤ ਸੀ, ਕੇਸ ਨਹੀਂ ਸਨ। ਤੇ ਜਦੋਂ ਹੁਣ ਅੰਦਰ ਜੇਲ੍ਹ ਦੇ ਵਿੱਚ ਗਿਆ ਤੇ ਇਤਨਾ ਦੁਖੀ ਹੋ ਰਿਹਾ, ਬਹੁਤ ਦੁਖੀ, ਇਸ ਨੂੰ ਪ੍ਰੇਤ ਆਤਮਾਵਾਂ ਦਿਖਾਈ ਦਿੰਦੀਆਂ ਸਨ। ਪਿਆਰਿਆ, ਪ੍ਰੇਤ ਆਤਮਾਵਾਂ ਦਿਖਾਈ ਦਿੰਦੀਆਂ ਸਨ, ਤੇ ਇੱਕ ਪਾਸੇ ਹਜ਼ੀਰਾਂ ਦਾ ਰੋਗ ਹੀ, ਦੂਸਰੇ ਪਾਸੇ ਇਸ ਨੂੰ ਪ੍ਰੇਤ ਆਤਮਾਵਾਂ ਜਦੋਂ ਦਿਖਾਈ ਦਿੰਦੀਆਂ ਤੇ ਇਹ ਬਹੁਤ ਰੋਂਦਾ ਸੀ, ਬੜਾ ਕਰੜਾਉਂਦਾ ਸੀ। ਤੇ ਸੁਪਰਡੈਂਟ ਸੀ ਜਿਹੜਾ ਉੱਥੇ ਦਾ ਜੇਲ੍ਹ ਦਾ, ਉਹ ਕਹਿੰਦੇ ਨਾਲ ਦੇ ਨਾਲ ਮੈਡੀਕਲ ਦਾ ਵੀ ਆਫੀਸਰ ਸੀਗਾ। ਦੋ ਮਹਿਕਮੇ ਸਨ ਉਹਦੇ ਕੋਲ, ਮੈਡੀਕਲ ਦਾ ਵੀ ਤੇ ਸੁਪਰਡੈਂਟ ਜੇਲ੍ਹ ਦਾ। ਉਸਨੇ ਜਦੋਂ ਆ ਕਰਕੇ ਵੇਖਣਾ ਕੇਹਰ ਸਿੰਘ ਨੂੰ, ਉਹਨੇ ਬਹੁਤ ਉੱਚੀ ਉੱਚੀ ਰੋਣਾ, ਬਹੁਤ ਉੱਚੀ ਉੱਚੀ ਰੋਣਾ, ਤੇ ਹਰ ਵੇਲੇ ਦੁਖੀ ਹੋਣਾ। ਇਲਾਜ ਕੋਈ ਹੋ ਨਹੀਂ ਰਿਹਾ ਸੀ। ਹਜ਼ੀਰਾਂ ਦਾ ਰੋਗ ਪਿਆਰੋ ਬਹੁਤ ਭਿਆਨਕ ਹੈ। ਅੱਜ ਦੀ ਭਾਵੇਂ ਇਸ ਦਾ ਇਲਾਜ ਆ ਗਿਆ ਹੋਵੇ, ਪੁਰਾਣਿਆਂ ਸਮਿਆਂ ਦੇ ਵਿੱਚ ਇਹਨਾਂ ਚੀਜ਼ਾਂ ਦੇ ਇਲਾਜ ਵੀ ਬਹੁਤ ਘੱਟ ਸਨ, ਇਲਾਜ ਬਹੁਤ ਘੱਟ ਸਨ। ਹੁਣ ਜਿਸ ਵੇਲੇ ਸੁਪਰਡੈਂਟ ਨੇ ਵੀ ਵੇਖਣਾ, ਮੈਡੀਕਲ ਆਫੀਸਰ ਵੀ ਸੀ, ਪਰ ਉਸ ਨੂੰ ਪਤਾ ਨਹੀਂ ਸੀ ਲੱਗਦਾ ਵੀ ਕਿਵੇਂ ਇਹ ਠੀਕ ਹੋ ਗਈ। ਜੇਲ੍ਹ ਦੇ ਵਿੱਚ ਬੜਾ ਦੁੱਖ ਪਾ ਰਿਹਾ ਸੀ, ਬਹੁਤ ਦੁੱਖ ਪਾ ਰਿਹਾ। ਇੱਕ ਦਿਨ ਇਸਨੇ ਰੋਂਦਿਆਂ ਹੋਇਆਂ ਇਹ ਗੱਲ ਆਖੀ, ਆਫੀਸਰ ਇਸ ਨੂੰ ਆਖਦਾ, ਸੁਪਰਡੈਂਟ ਆਖਦਾ, ਭਾਈ ਕੇਹਰ ਸਿਆਂ, ਜ਼ਿੰਦਗੀ ਦਾ ਤੇ ਪਤਾ ਕੋਈ ਨਹੀਂ, ਜੇ ਤੇਰੀ ਕੋਈ ਖਾਸ਼ ਹੈ ਤੇ ਅਸੀਂ ਪੂਰੀ ਕਰ ਸਕਦੇ ਹਾਂ, ਜੇ ਤੇਰੀ ਕੋਈ ਖਾਸ਼ ਹੈ ਉਹ ਪੂਰੀ ਅਸੀਂ ਕਰ ਸਕਦੇ ਹਾਂ। ਗੋਰਿਆਂ ਦਾ ਰਾਜ ਸੀ, ਗੋਰਾ ਹੀ ਆਫੀਸਰ ਸੀ। ਕਹਿੰਦੇ ਜੇ ਤੇਰੇ ਮਨ ਦੀ ਕੋਈ ਖਿਆਲ ਹੈ ਤੇ ਤੇਰੀ ਅਸੀਂ ਆਸ ਪੂਰੀ ਕਰ ਸਕਦੇ ਹਾਂ। ਕਹਿੰਦੇ ਗੱਲ ਤੇ ਤੁਹਾਨੂੰ ਮੈਂ ਤਾਂ ਦੱਸਾਂਗਾ ਜੇ ਤੁਸੀਂ ਮੇਰੀ ਗੱਲ ਪੂਰੀ ਕਰੋਗੇ। ਕਹਿੰਦੇ ਜੋ ਆਖੇਗਾ, ਜੇ ਸਾਡੇ ਮੰਨਣ ਯੋਗ ਹੋਈ ਤੇ ਜ਼ਰੂਰ ਪੂਰੀ ਕਰਾਂਗਾ। ਕਹਿੰਦੇ ਇਸੇ ਕਹਿੰਦੇ ਜੇਲ੍ਹ ਦੇ ਵਿੱਚ ਮੇਰੇ ਨਾਲ ਦੇ 40 ਕੈਦੀ ਨੇ, ਤੇ ਜਿਨ੍ਹਾਂ ਦੇ ਵਿੱਚੋਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਣੀ ਨੇ, ਉਹਨਾਂ ਨੂੰ ਤੇ 4 ਸਿੱਖ ਉਹਨਾਂ ਦੇ ਹੋਰ ਨਾਲ ਹੋਣ, ਉਹ ਮੈਨੂੰ ਆ ਕੇ ਦਰਸ਼ਨ ਦੀਦਾਰੇ ਦੇ। ਮਨ ਦੇ ਵਿੱਚ ਇਹ ਸੀ, ਨਾਲ ਦੱਸ ਵੀ ਦਿੱਤਾ ਸੁਪਰਡੈਂਟ ਨੂੰ, ਜਿਵੇਂ ਤੁਹਾਡੇ ਧਰਮ ਦੇ ਵਿੱਚ, ਈਸਾਈ ਧਰਮ ਦੇ ਵਿੱਚ ਕਹਿੰਦੇ ਪਾਦਰੀ ਨੂੰ ਕਹਿੰਦੇ ਹਨ, ਇਸੇ ਤਰ੍ਹਾਂ ਹੀ ਕਹਿੰਦੇ ਅਸੀਂ ਸਿੱਖ ਧਰਮ ਦੇ ਵਿੱਚ 5 ਪਿਆਰਿਆਂ ਨੂੰ ਮੰਨਦੇ ਹਾਂ, ਤੇ ਉਹਨਾਂ ਦੇ ਕੋਲੋਂ ਅਰਦਾਸ ਬੇਨਤੀ ਕਰਨ ਵਾਸਤੇ ਮੈਂ ਤੁਹਾਡੇ ਅੱਗੇ ਇਹ ਅਰਜ਼ ਰੱਖੀ ਕਿ ਮੇਰੀ ਇਹ ਗੱਲ ਪੂਰੀ ਕਰ ਦਿਓ। ਜੇ ਤੁਸੀਂ ਆਖਿਆ ਨਾ ਕਿ ਮੈਂ ਜੋ ਮੰਗੋਗੇ ਪੂਰਾ ਕਰ ਦਿਆਂਗਾ, ਮੇਰੀ ਇਹ ਗੱਲ ਪੂਰੀ ਕਰ ਦਿਓ। ਭਾਈ ਸਾਹਿਬ ਭਾਈ ਰਣਧੀਰ ਸਿੰਘ ਅਤੇ 4 ਸਿੱਖ ਉਹਨਾਂ ਦੇ ਨਾਲ ਹੋਣ। ਪਿਆਰੋ, ਸਾਰੇ ਰਹਿਣੀ ਬਹਿਣੀ ਵਾਲੇ ਸਨ, ਜਿਤਨੇ ਵੀ ਸਨ, ਸਾਰਿਆਂ ਦੀ ਬਖਸ਼ਿਸ਼, ਸਾਰਿਆਂ ਨੂੰ ਸੁਖਮਨੀ ਸਾਹਿਬ ਦਾ ਪਾਠ ਯਾਦ, ਹੋਰ ਕਿੰਨੀਆਂ ਕਿੰਨੀਆਂ ਬਾਣੀਆਂ ਯਾਦ ਸਨ। ਕਹਿੰਦੇ ਆਪਾਂ ਇੱਦਾਂ ਕਰਦੇ ਹਾਂ ਕਿ ਭਾਈ ਰਣਧੀਰ ਸਿੰਘ ਉਹਨਾਂ ਦੇ ਨਾਲ ਗੱਲ ਕਰਦੇ ਹਾਂ, 5 ਸਿੱਖ ਤਾਂ ਨਹੀਂ ਇਕੱਠੇ ਤੇ ਹੋ ਸਕਦੇ। ਤੇ ਦੂਸਰੀ ਗੱਲ, ਸੁਪਰਡੈਂਟ ਇਹ ਕਹਿੰਦਾ ਕੇਹਰ ਸਿੰਘ ਨੂੰ ਕਿ ਇਹ ਗੱਲ ਤੇਰੇ ਵਿੱਚ ਤੇ ਮੇਰੇ ਵਿੱਚ ਹੈ, ਕਿਸੇ ਦੂਸਰੇ ਸਿਪਾਹੀ ਤੱਕ ਨਾ ਪਹੁੰਚੇ, ਕਿਸੇ ਦੂਸਰੀ ਸਿਪਾਹੀ ਤੱਕ ਨਾ ਪਹੁੰਚੇ, ਇਹ ਸਾਡੇ ਵਿੱਚ ਗੱਲ ਹੈ। ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਣਾ ਨੂੰ ਤੁਹਾਨੂੰ ਮੈਂ ਮਿਲਾ ਦਿੰਦਾ। ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਣਾ ਨੂੰ ਇਹ ਗੱਲ ਜਾ ਕੇ ਜਿਸ ਵੇਲੇ ਆਖੀ ਕਿ ਤੁਹਾਨੂੰ ਕੇਹਰ ਸਿੰਘ ਹੋਣੀ ਮਿਲਣਾ ਚਾਹੁੰਦੇ, ਤੁਸੀਂ ਉਹਨਾਂ ਨੂੰ ਮਿਲਣਾ ਚਾਹੁੰਦੇ ਹੋ, ਇਹ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਕਹਿੰਦੇ ਮੈਨੂੰ ਤਾਂ 3 ਦਿਨਾਂ ਤੋਂ ਉਹਨਾਂ ਦੀ ਵਾਇਰਲੈਸ ਆ ਰਹੀ, 3 ਦਿਨਾਂ ਤੋਂ ਉਹਨਾਂ ਦੀ ਵਾਇਰਲੈਸ ਆ ਰਹੀ। ਕਹਿੰਦੇ ਤੁਹਾਡੇ ਕੋਲ ਵਾਇਰਲੈਸ ਵੀ ਹੈ? ਕਹਿੰਦੇ ਨਹੀਂ, ਜਿਹੜੀ ਵਾਇਰਲੈਸ ਸਾਡੇ ਕੋਲ ਹੈ ਤੁਸੀਂ ਨਹੀਂ ਸਮਝੋਗੇ, ਉਸ ਵਾਇਰਲੈਸ ਨੂੰ ਤੁਸੀਂ ਨਹੀਂ ਸਮਝੋਗੇ। ਇਹ ਸਾਡੀ ਹਿਰਦੇ ਰੂਪੀ ਵਾਇਰਲੈਸ ਹੈ, ਉਹ ਸਾਨੂੰ ਯਾਦ ਕਰ ਰਿਹਾ, ਤੇ 3 ਦਿਨਾਂ ਤੋਂ ਸਾਨੂੰ ਅਸੀਂ ਵੀ ਵਿਆਕੁਲ ਹਾਂ ਕਿ ਭਾਈ ਕੇਹਰ ਸਿੰਘ ਨੂੰ ਕਿਵੇਂ ਮਿਲੀਏ ਜਾ ਕੇ। ਆ ਕੁਦਰਤੀ ਤੁਸੀਂ ਆ ਗਏ ਜੀ। ਆਫੀਸਰ ਬੜਾ ਹੈਰਾਨ, ਕਹਿੰਦੇ ਇਹ ਹਿਰਦੇ ਦੇ ਨਾਲ ਵੀ ਵਾਇਰਲੈਸ ਤੇ ਗੱਲਾਂ ਕਰ ਲੈਂਦੇ।
ਹੁਣ ਜਿਸ ਵੇਲੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਨੂੰ ਕਹਿੰਦੇ ਨਾਲ ਲੈ ਕੇ ਆਫਿਸਰ ਗਿਆ ਉਸ ਕੋਠੜੀ ਦੇ ਵਿੱਚ ਜਿੱਥੇ ਕੇਹਰ ਸਿੰਘ ਬੰਦ ਸੀ, ਜਿਸ ਵੇਲੇ ਕੋਠੜੀ ਦੇ ਵਿੱਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਬੜੇ ਪਿਆਰੋ ਬੰਦਗੀ ਵਾਲੀਆਂ ਰੂਹਾਂ ਜਿਨ੍ਹਾਂ ਨੇ ਸਵਾਸ ਸਵਾਸ ਉਸ ਮਾਲਕ ਦਾ ਚਿੰਤਨ ਕਰਦੇ ਨੇ, ਮਾਲਕ ਦੇ ਚਰਨਾਂ ਦੇ ਨਾਲ ਜੁੜਦੇ ਨੇ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਭਾਈ ਰਣਧੀਰ ਸਿੰਘ ਜੀ ਜਿਸ ਵੇਲੇ ਕੋਠੜੀ ਦੇ ਵਿੱਚ ਵੜੇ ਨੇ ਤੇ ਕੇਹਰ ਸਿੰਘ ਕਹਿੰਦਾ ਆਹਾ, ਕਹਿੰਦੇ ਆਨੰਦ ਆ ਗਿਆ। ਇਸ ਵੇਲੇ ਇਹ ਗੱਲ ਆਖੀ ਤੇ ਗੋਰਾ ਆਫੀਸਰ ਕਹਿੰਦਾ ਤੈਨੂੰ ਕਿਹੜਾ ਆਨੰਦ ਆਇਆ, ਤੂੰ ਇਹ ਗੱਲ ਆਖੀ ਹੈ ਆਹਾ ਆਨੰਦ ਆ ਗਿਆ, ਕਿਹੜਾ ਆਨੰਦ ਆਇਆ। ਕਹਿੰਦੇ ਭਾਈ ਸਾਹਿਬ ਜਦੋਂ ਅੰਦਰ ਆਏ ਨੇ ਮੇਰੇ ਪੀੜਾ ਜਿਤਨੀ ਸੀ ਸਾਰੀ ਗਾਇਬ ਹੋ ਗਈ, ਪੀੜਾ ਜਿਤਨੀ ਸੀ ਸਾਰੀ ਗਾਇਬ ਹੋ ਗਈ ਤੇ ਜਿਹੜੀ ਪ੍ਰੇਤ ਆਤਮਾ ਸੀ ਉਹ ਵੀ ਭੱਜ ਗਈ, ਉਹ ਵੀ ਭੱਜ ਗਈ। ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਣਾ ਦੀ ਅੱਗੇ ਬੇਨਤੀ ਕੀਤੀ ਕੇਹਰ ਸਿੰਘ ਹੋਣਾ ਨੇ ਕਿ ਭਾਈ ਸਾਹਿਬ ਜੀ ਮੇਰੇ ਤੇ ਇੱਕ ਤਰਸ ਕਰੋ, ਮੇਰੇ ਅਵਗੁਣ ਨੇ ਜਿਹੜੇ ਮੈਂ ਉਹ ਤੁਹਾਡੇ ਅੱਗੇ ਰੱਖ ਲਵਾਂ। ਇਸੇ ਤਰ੍ਹਾਂ ਹੀ ਪਿਆਰੇ ਹੁੰਦਾ ਪੰਜ ਪਿਆਰਿਆਂ ਦੇ ਜਦੋਂ ਪੇਸ਼ ਹੋਣਾ ਹੋਵੇ ਤੇ ਸਾਰੀਆਂ ਆਪਣੀਆਂ ਗੱਲਾਂ ਦੱਸਣੀਆਂ ਪੈਂਦੀਆਂ ਨੇ। ਭਾਈ ਸਾਹਿਬ ਹੋਣਾ ਨੂੰ ਕਹਿੰਦੇ ਤੁਸੀਂ ਭਾਵੇਂ ਇਕੱਲੇ ਹੀ ਹੋ ਤੇ ਮੈਂ ਆਪਣੇ ਅਵਗੁਣ ਤੁਹਾਡੇ ਅੱਗੇ ਰੱਖਦਾ। ਮੇਰੇ ਕੋਲ ਗਲਤੀਆਂ ਕਈ ਹੋਈਆਂ, ਪਾਪ ਮੇਰੇ ਕੋਲ ਕਈ ਹੋਏ ਜ਼ਿੰਦਗੀ ਦੇ ਵਿੱਚ, ਪਰ ਮੈਂ ਇੱਕ ਦੀ ਗੱਲ ਦੱਸਦਾ ਹਾਂ। ਕਹਿੰਦਾ ਸਾਹਨੇਵਾਲ ਦੇ ਵਿੱਚ ਜਿਹੜਾ ਡਾਕਾ ਪਿਆ ਸੀ, ਸਾਹਨੇਵਾਲ ਦੇ ਵਿੱਚ ਜਿਹੜਾ ਡਾਕਾ ਪਿਆ ਸੀ ਉਸ ਡਾਕੇ ਦੇ ਵਿੱਚ ਮੈਂ ਸੀ। ਕਹਿੰਦੇ ਕੇਹਰ ਸਿੰਘ ਕਹਿੰਦਾ ਮੈਂ ਸੀ, ਮੇਰੇ ਨਾਲ ਹੋਰ ਵੀ ਸਾਥੀ ਸਨ। ਤੇ ਜਿਸ ਵੇਲੇ ਸੇਠ ਦੇ ਕੋਲੋਂ ਅਸੀਂ ਤਜੌਰੀ ਦੀਆਂ ਚਾਬੀਆਂ ਮੰਗੀਆਂ, ਉਹ ਸੇਠ ਕਹਿੰਦੇ ਚਾਬੀ ਦੀਆਂ ਤਜੌਰੀਆਂ ਨਹੀਂ, ਚਾਬੀਆਂ ਨਹੀਂ ਸੀ ਤਜੌਰੀ ਦੀਆਂ ਦਿੰਦਾ। ਬਹੁਤ ਉਸਨੂੰ ਅਸੀਂ ਧਮਕਾਇਆ ਪਰ ਉਹ ਮੰਨਿਆ ਕੋਈ, ਉਹ ਚਾਬੀਆਂ ਨਹੀਂ ਸੀ ਸਾਡੇ ਹਵਾਲੇ ਕਰਦਾ। ਤੇ ਕਹਿੰਦੇ ਮੇਰੇ ਕੋਲ ਛੁਰੀ ਸੀ, ਚਾਕੂ ਸੀ, ਮੈਂ ਕਹਿੰਦੇ ਉਸਦੀ ਧੌਣ ਦੇ ਉੱਤੇ ਰੱਖਿਆ ਤੇ ਇਹ ਗੱਲ ਆਖੀ ਕਿ ਖਜ਼ਾਨੇ ਦੀਆਂ ਚਾਬੀਆਂ ਦੇ ਦੇ ਵਰਨਾ ਤੈਨੂੰ ਮਾਰ ਦਿੱਤਾ ਜਾਵੇਗਾ। ਉਹ ਕਹਿੰਦਾ ਜੋ ਮਰਜ਼ੀ ਕਰ ਲਓ, ਮੈਂ ਚਾਬੀਆਂ ਨਹੀਂ ਦੇਣੀਆਂ। ਕਹਿੰਦੇ ਮੈਂ ਉਹਦੀ ਸਾਹ ਰੱਖ ਤੇ ਚਲਾਈ, ਉਹ ਕਹਿੰਦੇ ਮਰ ਗਿਆ। ਉਹ ਸੇਠ ਕਹਿੰਦੇ ਮਰ ਗਿਆ ਤੇ ਉਹ ਸੇਠ ਹੀ ਹੁਣ ਪ੍ਰੇਤ ਆਤਮਾ ਬਣ ਕੇ ਇਹ ਰੋਜ਼ ਮੈਨੂੰ ਦਿਖਾਈ ਦੇ ਰਿਹਾ ਹੈ। ਆ ਰੋਜ਼ ਉੱਪਰ ਮੈਂ ਜਦੋਂ ਪੱਖੇ ਵੱਲ ਵੇਖਦਾ, ਕਹਿੰਦੇ ਰੋਜ਼ ਇੱਥੇ ਆ ਕੇ ਹਰ 5 ਮਿੰਟ ਬਾਅਦ ਕਹਿੰਦੇ ਆਉਂਦਾ ਹੈ, ਹਰ 5 ਮਿੰਟ ਬਾਅਦ ਆਉਂਦਾ ਹੈ। ਤੇ ਹੁਣ ਆਫੀਸਰ ਕਹਿੰਦਾ ਇੱਥੇ ਆਵਾਜ਼ ਹੋ ਰਹੀ ਸੀ ਹੁਣ, ਕਹਿੰਦੇ ਜਦੋਂ ਉਹ ਜਾਂਦਾ ਉਦੋਂ ਆਵਾਜ਼ ਕਰਕੇ ਜਾਂਦਾ ਹੈ। ਭਾਈ ਸਾਹਿਬ ਜਦੋਂ ਅੰਦਰ ਆਏ ਨੇ ਕੋਠੜੀ ਦੇ, ਉਦੋਂ ਉਸਨੇ ਪੈਰ ਮਾਰਿਆ ਯੋਰ ਦੀ ਆਵਾਜ਼ ਕਰਕੇ ਤੇ ਬਾਹਰ ਚਲਿਆ ਗਿਆ। ਉਹ ਚਲਿਆ ਗਿਆ ਇੱਥੋਂ, ਤਾਂ ਹੀ ਮੈਂ ਇਹ ਗੱਲ ਆਖੀ ਕਿ ਆਨੰਦ ਆ ਗਿਆ, ਆਨੰਦ ਆ ਗਿਆ ਕਿ ਭਾਈ ਸਾਹਿਬ ਹੁਣੀ ਇੱਥੇ ਆਏ ਨੇ। ਜਿਤਨਾ ਸਮਾਂ ਮੇਰੇ ਕੋਲ ਰਹਿਣਗੇ ਉਤਨਾ ਸਮਾਂ ਉਹ ਪ੍ਰੇਤ ਆਤਮਾ ਇੱਥੇ ਆ ਨਹੀਂ ਸਕਦੀ। ਸੁਣ ਕੇ ਚਮਕੇ ਦੂਤ ਨਾ